ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਦਿਵਿਆ ਨੇਜਾ। ਰੁਕ ਕਰਦੇ ਹਾਂ ਅੱਜ ਦੀ ਵੱਡੀਆਂ ਖਬਰਾਂ ਵੱਲ। ਸਭ ਤੋਂ ਪਹਿਲਾਂ ਗੱਲ ਕਰਾਂਗੇ ਚੋਣਾਂ ਦੀ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਬਚਤ ਭਵਨ ਲੁਧਿਆਣਾ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਲੁਧਿਆਣਾ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਮੀਟਿੰਗ ਕੀਤੀ ਅਤੇ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਈ। ਕੀ ਕੁਝ ਖਾਸ ਗੱਲ ਹੋਈ ਇਸ ਮੀਟਿੰਗ ਦੇ ਵਿੱਚ, ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਆਵਾਜ਼ ਚੱਕੀ, ਆਓ ਵਿਖਾਉਂਦੇ ਹਾਂ। इस प्रोसेस के बाद जो इस बार कुछ खास चेंजेस हुए ने वो ਤੁਹਾਡੇ ਨਾਲ ਸਾਂਝੇ ਕਰਨੇ ਬਣਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਕੋਵਿਡ ਦੀਆਂ ਜਿਹੜੀਆਂ ਪ੍ਰੈਜ਼ੈਂਟ ਰਿਸਟ੍ਰਿਕਸ਼ਨਸ ਨੇ ਉਹ 15 ਜਨਵਰੀ ਤੱਕ ਲਾਗੂ ਨੇ। ਉਹਨਾਂ ਦੇ ਮੱਦੇਨਜ਼ਰ ਇਲੈਕਸ਼ਨ ਕਮਿਸ਼ਨ ਵੱਲੋਂ 15 ਜਨਵਰੀ ਤੱਕ ਜਿਹੜਾ ਹੈਗਾ ਚੋਣ ਪ੍ਰਚਾਰ ਦੇ ਲਈ ਕਿਸੇ ਵੀ ਤਰ੍ਹਾਂ ਦੀਆਂ ਚੋਣ ਰੈਲੀਆਂ ਜਾਂ ਪਦ ਯਾਤਰਾਵਾਂ या इस तरह का जोड़ा रोड शो, साइकिल बाइक व्हीकल रैली, प्रोसैशन या फिजिकल रैली ये जी है 15 जनवरी तक रोक लाई गई है। 15 जनवरी तो बाद जो भी बीमारी की स्थिति होगी उस तो बाद हिदायतां बाद दित्तियां जाणगीआं। ਅੱਗੇ ਗੱਲ ਕਰਦੇ ਹਾਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਸੁਰਿੰਦਰ ਡੱਲਾ ਨੇ ਇੱਕ ਟਵੀਟ ਕੀਤਾ ਹੈ। ਉਸ ਟਵੀਟ ਦੇ ਵਿੱਚ ਕੀ ਕੁਝ ਖਾਸ ਗੱਲਾਂ ਕਰਦੇ ਨਜ਼ਰ ਆਏ ਉਹ ਵੀ ਤੁਹਾਨੂੰ ਦੱਸਾਂਗੇ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਟਵੀਟ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਹਾਈਲਾਈਟ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਉਮੀਦ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਇਨਸਾਫ ਜ਼ਰੂਰ ਕਰਨਗੇ। ਉਸ ਵਿਅਕਤੀ ਨੂੰ 14 ਫਰਵਰੀ ਨੂੰ ਆਪਣਾ ਹੱਕ ਦੇਣਗੇ ਜਿਸਨੇ ਬੇਝਿਜਕ ਬੇਬਾਕੀ ਦੇ ਨਾਲ ਅੱਗੇ ਆ ਕੇ ਇਨਸਾਫ ਦੀ ਲੜਾਈ ਲੜੀ ਹੈ। ਇੰਨਾ ਹੀ ਨਹੀਂ, ਨਾਲ ਦੀ ਨਾਲ ਹੋਰ ਵੀ ਬਹੁਤ ਕੁਝ ਮੁੱਦਿਆਂ ਦੇ ਉੱਤੇ ਗੱਲ ਕਰਦੇ ਆਏ ਇਸ ਟਵੀਟ ਦੇ ਰਾਹੀਂ ਸੁਰਿੰਦਰ ਡੱਲਾ। ਅੱਗੇ ਗੱਲ ਕਰਾਂਗੇ ਰੂਪਨਗਰ ਦੀ ਤੇ 14 ਫਰਵਰੀ ਨੂੰ ਹੋਣ ਜਾ ਰਿਹਾ ਵਿਧਾਨ ਸਭਾ ਦੀ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਤੇ ਡੀਸੀ ਵੱਲੋਂ ਰੂਪਨਗਰ ਦੇ ਇੱਕ ਹਿਦਾਇਤ ਜਾਰੀ ਕੀਤੀ ਗਈ ਹੈ। ਇਸ ਹਿਦਾਇਤ ਦੇ ਵਿੱਚ ਸਾਫ਼ ਲਿਖਿਆ ਗਿਆ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਰੈਲੀ ਨਹੀਂ ਹੋਏਗੀ, ਨੁੱਕੜ ਨਾਟਕ ਜਾਂ ਪੈਦਲ ਯਾਤਰਾ ਜਾਂ ਫਿਰ ਸਾਈਕਲ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ ਤੇ ਜੇਕਰ ਕੋਈ ਵੀ ਪਾਰਟੀ ਦਾ ਸਦੱਸਿਆ ਇਸ ਦੀ ਉਲੰਘਣਾ ਕਰਦਾ ਨਜ਼ਰ ਆਏਗਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਆਓ ਵਿਖਾਉਂਦੇ ਹਾਂ। ਐਮਸੀਸੀ ਕੋਡ ਰੋਪੜ ਜ਼ਿਲ੍ਹੇ ਦੇ ਵਿੱਚ ਜਿਵੇਂ ਈਸੀਆਈ ਵੱਲੋਂ ਪੂਰੇ ਹੀ ਸੂਬੇ ਦੇ ਵਿੱਚ ਈਸੀਆਈ ਦੀ ਗਾਈਡਲਾਈਨਸ ਦੇ ਤਹਿਤ ਐਮਸੀਸੀ ਕੋਡ ਦੀ ਕੱਲ ਤੋਂ ਹੀ ਚਾਲੂ ਹੋ ਚੁੱਕੀ ਹੈ ਪਾਲਣਾ। ਰੋਪੜ ਜ਼ਿਲ੍ਹੇ ਦੇ ਵਿੱਚ ਵੀ ਇਹ ਐਮਸੀਸੀ ਕੋਡ ਲਾਗੂ ਹੋ ਚੁੱਕਿਆ ਹੈਗਾ, ਜਿਸ ਦੀ ਪਾਲਣਾ ਦੇ ਤਹਿਤ ਅਸੀਂ ਸਾਰੇ ਹੀ ਅੱਜ ਪੋਲੀਟੀਕਲ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ਸੀਗੀ ਔਰ ਉਹਨਾਂ ਨੂੰ ਜਿਹੜੇ ਕੋਵਿਡ ਦੇ ਮੱਦੇਨਜ਼ਰ ਈਸੀਆਈ ਦੀ ਹੁਣ ਐਮਸੀ ਦੀ ਗਾਈਡਲਾਈਨਸ ਦੇ ਤਹਿਤ ਨਵੀਂ ਇੰਸਟਰਕਸ਼ਨ ਜਾਰੀ ਕੀਤੀ ਗਈ ਹੈਗੀ ਆ, ਉਹਨਾਂ ਦੇ ਵਾਸਤੇ ਉਹਨਾਂ ਨੂੰ ਜਾਣੂ ਕਰਾਇਆ ਗਿਆ ਸੀਗਾ ਤੇ ਸਖਤਾਈ ਨਾਲ ਇਸ ਨੂੰ ਅੱਗੇ ਪਾਲਣਾ ਕਰਨ ਵਾਸਤੇ ਵੀ ਹਿਦਾਇਤ ਦਿੱਤੀ ਗਈ ਸੀ। ਨਾਲ ਹੀ ਜਿਵੇਂ ਕਿ 694 ਪੋਲਿੰਗ ਬੂਥ ਦੇ ਉੱਪਰ ਵੱਖਰੇ ਪੋਲਿੰਗ ਸਟਾਫ ਦਾ ਜਿਹੜਾ ਹੁਣ ਡਿਪਲੋਇਮੈਂਟ ਹੋਣੀ ਹੈਗੀ, ਉਹਨਾਂ ਦੇ ਵਿੱਚ ਵੀ ਈਸੀਆਈ ਦੇ ਹਿਦਾਇਤਾਂ ਦੇ ਮੱਦੇਨਜ਼ਰ ਅਸੀਂ ਸਾਰੇ ਹੀ ਸਟਾਫ ਨੂੰ ਡਬਲੀ ਵੈਕਸੀਨੇਟਡ ਕਰਵਾ ਰਹੇ ਨੇ ਤਾਂ ਕਿ ਸਾਰੇ ਪੋਲਿੰਗ ਸਟਾਫ ਜਿਹੜਾ ਵੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇਨਵੋਲਵ ਰਹੇਗਾ ਉਹ ਡਬਲੀ ਵੈਕਸੀਨੇਟਡ ਹੋਵੇ। आगे इस वेले बहुत ज़्यादा जी इंपॉर्टेंट गल हैगी कि 15 जनवरी तक कोई भी फिजिकल रैली, कोई भी नुक्कड़ नाटक, कोई भी पद यात्रा, साइकिल रैली, बाइक रैली, फिजिकल रैली अलाउड नहीं होगी, जिस दे बारे सारी पॉलिटिकल पार्टीज ਨੂੰ बहुत ही सख्ती ਨਾਲ ਹਿਦਾਇਤਾਂ ਦੇ ਦਿੱਤੀ ਗਈ ਹੈਗੀਆਂ। ਵਾਈਟਲ ਰੋਲ ਜਿਹੜਾ ਹੈਗਾ ਉਹ ਪੁਲਿਸ ਮਹਿਕਮੇ ਦਾ ਹੁੰਦਾ ਹੈਗਾ, ਪੁਲਿਸ ਐਡਮਿਨਿਸਟ੍ਰੇਸ਼ਨ ਦਾ ਹੁੰਦਾ। ਇਹਦੇ ਵਿੱਚ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਵੀ ਪਿਛਲੀ ਵਾਰ ਤੋਂ ਆਪਾਂ ਸਾਡੀ ਚੌਕਸੀ ਇਸ ਵਾਰ ਬਹੁਤ ਜ਼ਿਆਦਾ ਹੋਏਗੀ। ਸਾਡੀ ਜਿਹੜੀ ਆਪਾਂ ਸੈਂਟਰਲ ਕਰਨ ਦੀ ਫੋਰਸ ਦੀ ਡਿਮਾਂਡ ਹੈਗੀ ਹੈ ਉਹ ਵੀ ਕਾਫੀ ਜ਼ਿਆਦਾ ਵੱਧ ਹੈਗੀ ਹੈ ਐਜ਼ ਕੰਪੇਅਰ ਟੂ ਜੋ ਪਿਛਲੀ ਵਾਰੀ ਸੀਗਾ। 10 ਤਰੀਕ ਤੋਂ ਫਸਟ ਬੈਚ ਆਫ ਪੈਰਾਮਿਲਟਰੀ ਫੋਰਸ ਜਿਹੜੀ ਹੈ ਉਹ ਇੰਡਕਸ਼ਨ ਵੀ ਸ਼ੁਰੂ ਹੋ ਜਾਏਗੀ ਔਰ ਸਾਨੂੰ ਉਮੀਦ ਹੈ ਵੀ ਇਸ ਵਾਰ ਬਹੁਤ ਜ਼ਿਆਦਾ ਪੈਰਾਮਿਲਟਰੀ ਫੋਰਸ ਅਸੀਂ ਡਿਪਲੋਏ ਕਰਾਂਗੇ। ਅਸੀਂ ਇਸ ਟਾਈਮ ਤੱਕ ਵਲਨਰੇਬਿਲਿਟੀ ਮੈਪਿੰਗ ਅਤੇ ਕ੍ਰਿਟੀਕਲਿਟੀ ਮੈਪਿੰਗ ਕੰਪਲੀਟ ਇਨੀਸ਼ੀਅਲ ਐਕਸਰਸਾਈਜ਼ ਕੰਪਲੀਟ ਕਰ ਚੁੱਕੇ ਹਾਂ। ਓਬਜ਼ਰਵਰਸ ਦੇ ਆਉਣ ਤੋਂ ਬਾਅਦ ਇਹ ਜਿਹੜਾ ਹੈਗਾ ਇਹ ਦੁਬਾਰਾ ਤੋਂ ਰਿਵਾਈਜ਼ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਡਿਪਲੋਇਮੈਂਟ ਹੋਏਗੀ। ਮੈਂ ਇੱਥੇ ਇੱਕ ਚੀਜ਼ ਸਪੈਸ਼ਲੀ ਦੱਸਣਾ ਚਾਹਾਂਗਾ ਵੀ ਜਿਹੜੇ ਪਿਛਲੀ ਵਾਰੀ ਦੇ ਜਿਹੜੇ ਨਾਕੇ ਸੀਗੇ, ਜਿਹੜੇ ਇੰਟਰਸਟੇਟ ਨਾਕੇ ਪੁਆਇੰਟਸ ਹੈਗੇ ਨੇ, ਪਿਛਲੀ ਵਾਰੀ 17 ਲੱਗੇ ਸੀਗੇ, ਇਸ ਵਾਰੀ ਅਸੀਂ ਆਈਡੈਂਟੀਫਾਈ ਕਰਕੇ ਅਸੀਂ 24 ਲਗਾਏ ਹਨ। ਅੱਗੇ ਗੱਲ ਕਰਾਂਗੇ ਆਪ ਦੇ ਕਨਵੀਨਰ
ਅਰਵਿੰਦ ਕੇਜਰੀਵਾਲ ਦੀ, ਜਿਨ੍ਹਾਂ ਨੇ ਲਾਈਵ ਹੋ ਕੇ ਜਨਤਾ ਦੇ ਸਾਹਮਣੇ ਚੋਣਾਂ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ। ਜਿੱਥੇ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਇਹੀ ਕੋਸ਼ਿਸ਼ ਕਰ ਰਿਹਾ ਹੈ ਕਿ ਆਨਲਾਈਨ ਆ ਕੇ ਜਨਤਾ ਨੂੰ ਇਸ ਤਰੀਕੇ ਦੀ ਅਪੀਲ ਕੀਤੀ ਜਾਏ ਕਿ ਸਹੀ ਪਾਰਟੀ ਚੁਣੀ ਜਾਏ, ਬਦਲਾਵ ਚੁਣਿਆ ਜਾਏ। ਇਹੀ ਗੱਲਾਂ ਕਹਿੰਦੇ ਨਜ਼ਰ ਆਏ ਅੱਜ अरविंद केजरीवाल भी अपने ऑनलाइन लाइव के जरिए। आओ विखाने आ। मैं उम्मीद करता हूँ आप सब लोग बहुत खुश हैं, बहुत स्वस्थ हैं और आने वाले चुनाव के लिए तैयार हैं। चुनाव आयोग ने 5 राज्यों में चुनावों की घोषणा कर दी है। आम आदमी पार्टी के लिए चुनाव सत्ता पाने का एक साधन नहीं है। हमारे लिए ये एक पार्टी को बदल के दूसरी पार्टी का शासन लाने का जरिया नहीं है। पार्टियां बदलने से कुछ नहीं होगा। 70 साल हो गए पार्टियां बदलते बदलते, कुछ बदला? सब कुछ वैसा का वैसा है। हमें सिस्टम बदलना है, सिस्टम बदलना होगा, पूरा का पूरा सिस्टम बदलना होगा। आम आदमी पार्टी के लिए चुनाव देश और समाज में परिवर्तन करने का एक जरिया है। हमारे लिए चुनाव बदलाव लाने का एक मौका है। आप जब चुनाव प्रचार के लिए निकलो तो इस समझ और इस भाव के साथ निकलना कि आप देश में एक बड़े परिवर्तन के लिए काम कर रहे हो। आप चुनाव प्रचार नहीं, देशभक्ति का काम कर रहे हो। इस चुनाव के जरिए आपका मकसद एक पार्टी बदल के दूसरी पार्टी सत्ता में लाना नहीं है, बल्कि आपका मकसद है भ्रष्ट व्यवस्था को उखाड़ के एक ईमानदार व्यवस्था लागू करना। दिल्ली में आम आदमी पार्टी की सरकार ने यह साबित कर दिया कि बदलाव संभव है, चेंज इज पॉसिबल, परिवर्तन हो सकता है। आज तक इन पार्टियों ने हमें हमेशा ये बताया कि सरकार चलाना बड़ा मुश्किल काम है, सरकार चलाने में थोड़ी बहुत बेईमानी करनी पड़ती है। आम आदमी पार्टी की सरकार ने यह साबित कर दिया कि सरकारें ईमानदारी से भी चल सकती हैं। ਜਿੱਦਾਂ ਹੀ ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਜਾ ਰਿਹਾ ਹੈ, ਉਦਾਂ ਹੀ ਬਿਆਨਬਾਜ਼ੀਆਂ ਦਾ ਦੌਰ ਵੀ ਤੇਜ਼ੀ ਨਾਲ ਆਪਣੇ ਰੰਗ ਬਦਲਦਾ ਨਜ਼ਰ ਆ ਰਿਹਾ ਹੈ। ਫਿਲਹਾਲ ਗੱਲ ਕਰ ਰਹੇ ਹੈਗੇ ਆ ਆਉਣ ਵਾਲੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਦੀ, ਜਿਨ੍ਹਾਂ ਨੇ ਇੱਕ ਵਾਰ ਫੇਰ ਅਰਵਿੰਦ ਕੇਜਰੀਵਾਲ ਦੇ ਉੱਤੇ ਕਈ ਗੰਭੀਰ ਆਰੋਪ ਲਗਾਏ ਨੇ। ਕੀ ਕੁਝ ਕਹਿੰਦੇ ਨਜ਼ਰ ਆਏ ਡਾਕਟਰ ਦਲਜੀਤ ਚੀਮਾ, ਆਓ ਵਿਖਾਉਂਦੇ ਆ। ਆਮ ਆਦਮੀ ਪਾਰਟੀ ਨੇ ਅੱਜ ਪਟਿਆਲਾ ਦਿਹਾਤੀ ਦੇ ਵਿੱਚ ਸਵੇਰੇ ਅਖਬਾਰਾਂ ਦੇ ਵਿੱਚ ਕੁਝ ਪੈਂਪਲੇਟ ਪਾਏ ਆ ਜਿਹੜੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ, ਕਿਉਂਕਿ ਇਹਦੇ ਵਿੱਚ ਝਾੜੂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ, ਪਰ ਥੱਲੇ ਕਿਤੇ ਵੱਲੋਂ ਜਾਰੀ ਹੋਇਆ ਉਹ ਇਹਦੇ ਵਿੱਚੋਂ ਮਿਸਿੰਗ ਹੈ। ਔਰ ਬੜੀ ਹੈਰਾਨੀ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਕਿੰਨੀ ਸ਼ਾਤਰ ਪਾਰਟੀ ਹੈ। ਹੁਣ ਪੰਜਾਬ ਦੇ ਵਿੱਚ ਇਹਨਾਂ ਦੇ ਵਲੰਟੀਅਰਾਂ ਨੇ ਕੇਜਰੀਵਾਲ ਤੇ ਇਹਦੇ ਸਾਥੀਆਂ ਦੇ ਉੱਤੇ ਟਿਕਟਾਂ ਨੂੰ ਵੰਡਣ ਦੇ, ਵੇਚਣ ਦੇ ਦੋਸ਼ ਲੱਗੇ। ਹੁਣ ਇਹਨਾਂ ਨੇ ਵੋਟਰਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਤੁਸੀਂ ਸਾਰੀਆਂ ਪਾਰਟੀਆਂ ਤੋਂ ਪੈਸੇ ਲਓ ਪਰ ਵੋਟ ਝਾੜੂ ਪਾਓ। ਮਤਲਬ ਕਰਪਸ਼ਨ ਇਸ਼ੂ ਨਾ ਰਵੇ, ਉਹਨੂੰ ਢੱਕਣ ਵਾਸਤੇ, ਅਟੈਂਸ਼ਨ ਡਿਵਰਟ ਕਰਨ ਵਾਸਤੇ ਇਹ ਕੰਮ ਸ਼ੁਰੂ ਕਰਤਾ। ਦੂਜੀ ਐਲੀਗੇਸ਼ਨ ਲੱਗਦੀ ਕੇਜਰੀਵਾਲ ਸਾਹਿਬ ਦੇ ਉੱਤੇ ਕਿ ਝੂਠੀਆਂ ਸਹੁੰਆਂ ਖਾ ਕੇ ਮੁੱਕਰ ਜਾਂਦੇ। ਇਹਦੇ ਚ ਲੋਕਾਂ ਨੂੰ ਕਿਹਾ ਕਿ ਜੇ ਲੋੜ ਪਵੇ ਤੇ ਝੂਠੀ ਸਹੁੰ ਖਾ ਲਓ, ਅੰਦਰੋਂ ਜਿਹੜੀ ਹੈ ਸੱਚੇ ਰਹੋ ਤੇ ਉੱਤੋਂ ਝੂਠੀ ਸਹੁੰ ਗੁਰੂ ਮਹਾਰਾਜ ਦੀ ਖਾ ਲਓ। ਇਹ ਕੇਜਰੀਵਾਲ ਸਾਹਿਬ, ਪੰਜਾਬ ਦਾ ਕਲਚਰ ਨਹੀਂ ਹੈ ਝੂਠੀਆਂ ਸਹੁੰਆਂ ਖਾਣੀਆਂ। ਔਰ ਇਸ ਤਰ੍ਹਾਂ ਲੋਕਾਂ ਨੂੰ, ਸਾਰੇ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟ ਨਾ ਲੇਬਲ ਕਰੋ ਕਿ ਸਾਰੇ ਵੋਟਰ ਪੈਸੇ ਲੈਂਦੇ ਆ। ਟਿਕਟਾਂ ਵੰਡਣ ਦੇ ਤੁਹਾਡੇ ਤੇ, ਵੇਚਣ ਦੇ ਦੋਸ਼ ਲੱਗੇ ਆ, ਉਹਦਾ ਜਵਾਬ ਦਿਓ। ਝੂਠੀਆਂ ਸਹੁੰਆਂ ਦੇ ਤੁਹਾਡੇ ਤੇ ਦੋਸ਼ ਲੱਗੇ ਆ, ਉਹਦਾ ਜਵਾਬ ਦਿਓ। ਇਲੈਕਸ਼ਨ ਕਮਿਸ਼ਨ ਨੂੰ ਇਹਦਾ ਗੰਭੀਰਤਾ ਦੇ ਨਾਲ ਨੋਟਿਸ ਲੈਣਾ ਚਾਹੀਦਾ। ਅੱਗੇ ਗੱਲ ਕਰਾਂਗੇ ਪੀਐਮ ਨਰਿੰਦਰ ਮੋਦੀ ਦੀ, ਜਿਨ੍ਹਾਂ ਨੇ ਅੱਜ ਟਵੀਟ ਕੀਤਾ ਹੈ ਤੇ ਐਲਾਨ ਕੀਤਾ ਹੈ ਕਿ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਦੇ ਚਾਰੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਇਸ ਸਾਲ ਤੋਂ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਇਆ ਜਾਏਗਾ। ਤੇ ਟਵੀਟ ਦੇ ਰਾਹੀਂ ਹੋਰ ਵੀ ਕਈ ਕੁਝ ਕਹਿੰਦੇ ਨਜ਼ਰ ਆਏ, ਕਈ ਗੱਲਾਂ ਕਰਦੇ ਨਜ਼ਰ ਆਏ ਪੀਐਮ ਨਰਿੰਦਰ ਮੋਦੀ। ਆਓ ਵਿਖਾਉਂਦੇ ਆ। ਤੇ ਪ੍ਰਧਾਨ ਮੰਤਰੀ ਦੇ ਇਸ ਟਵੀਟ ਨੂੰ ਲੈ ਕੇ ਕਈ ਲੋਕ ਉਹਨਾਂ ਦੇ ਪੱਖ ਦੇ ਵਿੱਚ ਉਹਨਾਂ ਦੀ ਤਾਰੀਫ ਵੀ ਕਰਦੇ ਨਜ਼ਰ ਆਏ। ਗੱਲ ਕਰ ਰਹੇ ਹਾਂ ਤਰੁਣ ਚੁੱਗ ਦੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦੀ ਸਰਾਹਨਾ ਕੀਤੀ ਹੈ, ਤਾਰੀਫ ਕੀਤੀ ਹੈ, ਜੋ ਕਿ ਪੀਐਮ ਮੋਦੀ ਨੇ ਆਪਣੇ ਟਵੀਟ ਦੇ ਰਾਹੀਂ ਸਾਂਝੀ ਕੀਤੀ 26 ਦਸੰਬਰ ਨੂੰ ਲੈ ਕੇ ਵੀਰ ਬਾਲ ਦਿਵਸ ਨੂੰ ਲੈ ਕੇ।
ਖਾਲਸਾ ਪੰਥ ਦੇ ਸਿਰਜਣਕਰਤਾ ਦਸ਼ਮ ਗੁਰੂ ਸਰਬਸਤ ਦਾਨੀ ਪਿਤਾ ਵਾਰਿਆ ਚਾਰੇ ਲਾਲ ਵਾਰੇ ਐਸੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪਰਬ ਦੀ ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਹੱਕ ਸੱਚ ਦੇ ਧਰਮ ਦੀ ਰਖਵਾਲੀ ਲਈ ਸਰਬਸਤ ਵਾਰਦਿਆਂ ਗੁਰੂ ਸਾਹਿਬ ਨੇ ਸਮੁੱਚੇ ਸੰਸਾਰ ਅੰਦਰ ਸਿਦਕ ਅਤੇ ਅਲੋੜਤਾ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਸੀ। ਔਰ ਅੱਜ ਦੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੋਨੋਂ ਸਾਹਿਬਜ਼ਾਦੇ ਜੋਰਾਵਰ ਸਿੰਘ ਔਰ ਸਾਹਿਬਜ਼ਾਦੇ ਫਤਿਹ ਸਿੰਘ ਦੇ ਬਲੀਦਾਨ ਦਿਵਸ 26 ਦਸੰਬਰ ਨੂੰ ਵੀਰ ਬਲੀਦਾਨ ਦਿਵਸ ਵੀਰ ਬਾਲ ਦਿਵਸ ਦੇ ਰੂਪ 'ਚ ਘੋਸ਼ਿਤ ਕਰਕੇ ਪੰਜਾਬੀਆਂ ਦਾ, ਸਾਡਾ ਸਿੱਖਾਂ ਦਾ, ਗੁਰੂ ਨੂੰ ਮੰਨਣ ਵਾਲਿਆਂ ਦਾ ਮਾਣ ਵਧਾਇਆ। ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਇਸ ਦਿਨ ਦੀ ਘੋਸ਼ਣਾ ਤੇ ਬਹੁਤ ਬਹੁਤ ਧੰਨਵਾਦ ਕਰਨਾ। ਅੱਜ ਗੁਰੂਪੁਰ ਵਾਲੇ ਦਿਨ ਇਹ ਘੋਸ਼ਣਾ ਕਰਕੇ ਪ੍ਰਧਾਨ ਮੰਤਰੀ ਜੀ ਨੇ ਜਿੱਥੇ ਸਾਡਾ ਮਾਣ ਵਧਾਇਆ ਔਰ ਹਿੰਦੁਸਤਾਨ ਦੇ ਕਰੋੜਾਂ ਬੱਚਿਆਂ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਬਣਨ ਦੀ ਪ੍ਰੇਰਣਾ ਦਿੱਤੀ ਹੈ ਕਿ ਹਿੰਦੁਸਤਾਨ ਦੇ ਬੱਚੇ ਉਹਨਾਂ ਵੀਰ ਬਾਲਕਾਂ ਕੋਲੋਂ ਸਿੱਖ ਕੇ ਆਪਣੇ ਜੀਵਨ 'ਚ ਵੀਰਤਾ ਲੈ ਕੇ ਆਣਗੇ। ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਦੇ ਦਿਨ ਦੀ ਗੱਲ ਕਰਾਂਗੇ ਜੋ ਕਿ ਬੇहद ਖਾਸ ਹੈ। ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਅੱਜ ਦਾ ਦਿਨ ਸਿੱਖ ਕੌਮ ਦੇ ਲਈ ਭੁਲਾਇਆ ਨਹੀਂ ਭੁੱਲਿਆ ਜਾ ਸਕਦਾ। ਇੰਨਾ ਹੀ ਨਹੀਂ, ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਘਰ ਜਨਮ ਲਿਆ ਸੀਗਾ। ਹੋਰ ਕੀ ਕੁਝ ਹੋਇਆ ਆਓ ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸਮੁੱਚਾ ਸਿੱਖ ਜਗਤ ਮਨਾ ਰਿਹਾ ਔਰ ਇਸ ਮਹਾਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸਿੱਖ ਜਗਤ ਨੂੰ, ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ, ਗੁਰੂ ਖਾਲਸਾ ਪੰਥ ਨੂੰ ਬਹੁਤ 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 ਮੁਬਾਰਕਾਂ, ਵਧਾਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਐਸੇ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਆਪਣਾ ਪਿਤਾ, ਆਪਣੀ ਮਾਤਾ ਜੀ ਔਰ ਆਪਣੇ ਚਾਰੇ ਪੁੱਤਰਾਂ ਨੂੰ ਧਰਮ ਲਈ, ਕੌਮ ਲਈ ਕੁਰਬਾਨ ਕੀਤਾ ਹੈ, ਮਨੁੱਖੀ ਹੱਕਾਂ ਲਈ ਕੁਰਬਾਨ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੰਥ ਭੌਤਿਕ ਤਨ ਦੇ ਵਿੱਚ ਵਿਚਰਦਿਆਂ ਜ਼ੁਲਮ ਦੇ ਖਿਲਾਫ ਉਸ ਵਕਤ ਦੇ ਸਾਮਰਾਜ ਦੇ ਨਾਲ 14 ਜੰਗਾਂ ਲੜੀਆਂ ਨੇ ਔਰ 14 ਦੇ ਵਿੱਚ ਫਤਿਹ ਹਾਸਲ ਕੀਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਸੰਪੂਰਨਤਾ ਬਖਸ਼ੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਔਰ ਉਸੇ ਪਾਵਨ ਬੀੜ ਨੂੰ ਨਾਂਦੇੜ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਗੁਰਿਆਈ ਬਖਸ਼ਿਸ਼ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਮਹਾਨ ਇੱਕ ਸੰਸਾਰ ਨੂੰ ਫਲਸਫਾ ਜਿਹੜਾ ਹੈ, ਸਿਧਾਂਤ ਜਿਹੜਾ ਹੈ ਉਹ ਦਿੱਤਾ, ਜਿਹੜਾ ਸਰਬ ਸਾਂਝਾ ਹੈ, ਸਰਬਕਾਲੀ ਹੈ, ਸਰਬਦੇਸ਼ੀ ਹੈ ਔਰ ਸਰਬਪੱਖੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਸਿੱਖ ਹੀ ਨਹੀਂ, ਸਮੁੱਚੀ ਮਨੁੱਖਤਾ ਜਿਹੜੀ ਹੈ ਉਹ ਵੀ ਨਹੀਂ ਤਾਰ ਸਕਦੀ, ਦੇ ਸਕਦੀ। ਇੰਨੇ ਵੱਡੇ ਪਰ ਉਪਕਾਰ ਉਹਨਾਂ ਨੇ ਕੌਮ ਦੇ ਉੱਤੇ ਕੀਤੇ ਨੇ, ਮਨੁੱਖਤਾ ਦੇ ਉੱਤੇ ਕੀਤੇ ਨੇ, ਮਾਨਵਤਾ ਦੇ ਉੱਤੇ ਕੀਤੇ ਨੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਹੀ ਨਹੀਂ ਬਲਕਿ ਸਮੁੱਚੀ ਮਾਨਵ ਜਾਤੀ ਦੇ ਗੁਰੂ ਨੇ। ਇਸ ਲਈ ਉਹਨਾਂ ਦੇ ਮਹਾਨ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇੱਕ ਵਾਰੀ ਫੇਰ ਸਮੁੱਚੇ ਸਿੱਖ ਜਗਤ ਨੂੰ, ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ, ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ। ਆਓ ਉਹਨਾਂ ਦੇ ਮਹਾਨ ਉਪਦੇਸ਼ਾਂ ਦੇ ਉੱਤੇ ਚੱਲਦੇ ਹਾਂ, ਖੰਡੇ ਬਾਟੇ ਦੀ ਪਹੁਲ ਛਕ ਕੇ ਗੁਰੂ ਵਾਲੇ ਬਣੀਏ ਔਰ ਇੱਕ ਅਕਾਲ ਪੁਰਖ ਨਾਲ ਜੁੜੀਏ, ਇੱਕ ਅਕਾਲ ਪੁਰਖ ਦੀ ਬਾਤ ਪਾਈਏ, ਇੱਕ ਅਕਾਲ ਪੁਰਖ ਦੀ ਬਾਤ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਤੇ ਇਸ ਮੌਕੇ ਦੇ ਉੱਤੇ ਕੋਰੋਨਾ ਪਾਬੰਦੀਆਂ ਦੇ ਬਾਅਦ ਵੀ ਸੰਗਤ ਉੱਥੇ ਪਹੁੰਚੀ, ਲੋਕ ਉੱਥੇ ਪਹੁੰਚ ਕੇ ਇਸ ਪੁਰਬ ਨੂੰ ਧੂਮਧਾਮ ਨਾਲ ਮਨਾਉਂਦੇ ਨਜ਼ਰ ਆਏ। ਲੇਕਿਨ ਕਿਸ ਤਰ੍ਹਾਂ ਦੀ ਤਿਆਰੀਆਂ ਇਸ ਪ੍ਰਕਾਸ਼ ਪੁਰਬ ਨੂੰ ਲੈ ਕੇ ਨਜ਼ਰ ਆਈ ਆਓ ਵਿਖਾਉਂਦੇ ਹਾਂ।
सर मुझे बहुत अच्छा लगा और यहाँ इतनी मतलब भीड़ आई हुई है तो मुझे बहुत अच्छा लग रहा है और मैं लोगों से गुजारिश करूँगा कि ज़्यादा लोग यहाँ आएँ माथा टेकें क्योंकि 2 दिन बारिश होने के बाद भी इतनी भीड़ है तो कहीं ना कहीं बहुत मान्यता है और मैं यूपी वालों से भी दुआ करूँगा कि आप सब लोग यहाँ पे आओ और माथा टेको आके। आज पावन पर्व है गुरु जी का, मुझे बहुत अच्छा लगा यहाँ पे और मैंने मन्नत मांगी है आगे अगर हमारा सक्सेस होता है मैं दोबारा फिर आऊँगा इसमें। सुकून मिला, शांति मिली और बहुत ही अच्छा लगा और हर साल हम आते हैं यहाँ पे और हर साल दरबार साहब के दर्शन करके यहाँ रुक के चले जाते हैं। यहाँ का लंगर भी बहुत अच्छा होता है, प्रसाद हम चेक किए जाते हैं और बहुत 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 आनंद आता है यहाँ पे आके, मन को शांति मिलती है और ऐसे ही वाहेगुरु जी की कृपा सारे के ऊपर रहे, हमारे ऊपर रहे, बच्चों के ऊपर रहे। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਂ। ਮਹਾਰਾਜ ਸਭ ਦੀ ਚੜ੍ਹਦੀ ਕਲਾ ਕਰਨ। ਸਪੈਸ਼ਲ ਅਸੀਂ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਆਏ ਸਾਂ। ਸਾਡੇ ਮਹਾਰਾਜ ਕਾਰਜ ਸਵਾਰਦੇ ਨੇ, ਉਹਨਾਂ ਦਾ ਧੰਨਵਾਦ ਕਰਨ ਆਏ ਸਾਂ ਔਰ ਅੱਗੇ ਤੋਂ ਵੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਰਬੱਤ ਦਾ ਭਲਾ ਕਰਨ। ਸਭ ਨੂੰ ਦੁਬਾਰਾ ਤੋਂ ਫਿਰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਸ ਦੇ ਨਾਲ ਹੀ ਹੁਣ ਨਜ਼ਰ ਪਾਉਂਦੇ ਹਾਂ ਅੱਜ ਦੇ ਤਾਜ਼ਾ ਅਤੇ ਸਿਆਸੀ ਬਿਆਨਾਂ ਉੱਤੇ। पंजाब के जा रहे मुख्यमंत्री चन्नी ने पंजाब के उन कर्मचारियों के साथ क्रूर मजाक किया, धोखा किया जो वर्षों से ठेके की नौकरी पर काम कर रहे थे। पर अफसोस कि चन्नी के इस धोखे पर बाकी सारी पार्टियां, राजनीतिक नेता चुप। कारण ये है ये सभी एक ही थैली के चट्टे बट्टे हैं। पहले 5 साल यही काम श्री बादल कर चुके हैं और उसके बाद अमरिंदर सिंह ने किया और अब चन्नी ने किया। बाकी सब इसलिए खामोश है कि ये पाप वो कर चुके हैं। क्या उस पीड़ा का एहसास ये नेता कर सकते हैं जो इन बच्चों ने की है? पिछले 111 दिन जब कह दिए 36,000 पक्के कर दिए, दिन रात ये इस तरह प्रतीक्षा करते थे जैसे भगवान के घर से नहीं, किसी हाई कोर्ट, सुप्रीम कोर्ट से इनकी किस्मत का फैसला होने वाला है। इसलिए मुझे अब ये कहना है कि चाहे 108 वाले हैं, चाहे आउटसोर्सिंग एजेंसीज वाले हैं, चाहे सरकार के लोग, सरकार में ठेके के कर्मचारी हैं, सबको एक आवाज़ से लग जाना चाहिए। केजरीवाल साहब ने ਜਿਹੜਾ ਸਾਨੂੰ ਜਿਹੜਾ ਗੁਰ ਦਿੱਤਾ ਹੈ ਕਿਉਂਕਿ ਦਿੱਲੀ 'ਚ ਪਿਛਲੇ 7 ਸਾਲ 'ਚ ਜੋ ਕੁਝ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਲਾਸਟ ਇਲੈਕਸ਼ਨ 'ਚ ਉਹਨਾਂ ਨੇ ਇੱਕੋ ਗੱਲ ਕਹੀ ਸੀ ਦਿੱਲੀ ਦੇ ਲੋਕਾਂ ਨੂੰ ਕਿ ਜੇ ਮੇਰੇ ਕੰਮ ਤੋਂ ਖੁਸ਼ ਹੋ ਤਾਂ ਮੈਨੂੰ ਵੋਟ ਪਾਇਓ, ਜੇ ਨਹੀਂ ਖੁਸ਼ ਤਾਂ ਨਾ ਪਾਇਓ। ਕਾਂਗਰਸ ਕਹਿੰਦੀ ਦਿੱਲੀ ਮਾਡਲ ਦਾ ਫੇਲ ਹੈ ਤਾਂ ਪੰਜਾਬ ਕਿਤੇ ਕਾਂਗਰਸ ਦੇ ਕਹਿਣ ਨਾਲ ਕੀ ਹੁੰਦਾ ਸਰ? ਦਿੱਲੀ ਜਾ ਕੇ ਪਤਾ ਕਰੋ, ਦਿੱਲੀ ਜਾ ਕੇ ਲੋਕਾਂ ਨੂੰ ਜਿਹੜੀਆਂ ਸੁੱਖ ਸਹੂਲਤਾਂ ਮਿਲਦੀਆਂ ਉਹਨਾਂ ਵੱਲ ਦੇਖੋ। ਇਹ ਕਹਿਣ ਨਾਲ ਕੁਝ ਨਹੀਂ ਹੁੰਦਾ। ਨਹੀਂ ਕਾਂਗਰਸ ਆਪ ਕਿਹੜੀ ਚੀਜ਼ 'ਚ ਪਾਸ ਹੈ ਜਰਾ ਮੈਨੂੰ ਇਹ ਦੱਸ ਦਿਓ। ਮੈਂ ਕਹਿੰਦਾ ਕਿ ਅਕਾਲੀ ਦਲ ਇਸ ਪੋਜੀਸ਼ਨ 'ਚ ਹੈਗਾ ਕਿ ਉਹ ਕੋਈ ਕਿਸੇ ਚੀਜ਼ ਦਾ ਨੋਟਿਸ ਲੈ ਸਕੇ, ਨਹੀਂ। ਦੂਸਰੀ ਗੱਲ ਜਿਹੜਾ ਉਹ ਪੰਫਲੇਟ ਦੀ ਤੁਸੀਂ ਗੱਲ ਕਰਦੇ ਹੋ, ਮੈਂ ਖੁਦ ਅੱਜ ਵੇਖ ਕੇ ਆਇਆ, ਸਵੇਰੇ ਇੰਟਰਵਿਊ ਆ ਰਹੀ ਸੀਗੀ, ਉਸ ਪੰਫਲੇਟ ਦੇ ਵਿੱਚ ਕੋਈ ਵੀ ਚੀਜ਼ ਗਲਤ ਨਹੀਂ ਹੈ। ਬਿਲਕੁਲ ਕੋਈ ਅਣਦੇਖੀ ਨਹੀਂ ਹੋ ਰਹੀ। 2 ਦਿਨਾਂ ਤੱਕ ਤੁਹਾਨੂੰ ਗੱਲ ਪਤਾ ਸਾਹਮਣੇ ਆ ਜਾਏਗੀ। ਉਸ ਦਾ ਜਿਹੜਾ ਕੰਟੈਂਟਸ ਹੈਗੇ ਆ ਉਸ ਪੰਫਲੇਟ ਦੇ, ਉਹ ਕੋਈ ਵੀ ਇਲੈਕਸ਼ਨ ਕਮਿਸ਼ਨ ਦੀ ਹਦੂਦ ਦੇ ਬਾਹਰ ਨਹੀਂ ਜਾ ਰਹੇ। ਕਹਿਣ ਨੂੰ ਤੇ ਬੜਾ ਕੁਝ ਕਿਹਾ ਜਾ ਸਕਦਾ ਕਿ ਮੈਂ ਇੰਨੀ ਤਰੱਕੀ ਕੀਤੀ, ਮੈਂ ਇੰਨਾ ਫਲਾਂ ਕੀਤਾ, ਮੈਂ ਇੰਨਾ ਟਿਕਾ ਕੀਤਾ। ਮੈਨੂੰ ਇੱਕ ਗੱਲ ਦੱਸੋ ਜਿਹੜੀ ਮੈਂ ਵਿੱਚ ਕਰ ਰਿਹਾ ਸੀ, ਵਿੱਚ ਰਹਿ ਗਈ। ਤੁਸੀਂ ਦੇਖਿਆ ਹੈ ਕਿ ਕਾਂਗਰਸ ਦਾ ਕਿਹੜਾ ਕਦੀ ਇਹ ਵੀ ਹੋਇਆ ਅੱਜ ਤੱਕ CM ਕੈਂਡੀਡੇਟ 3 ਅਨਾਉਂਸ ਕੀਤੇ ਗਏ ਹੋਣ? ਇਹਦਾ ਮਤਲਬ ਕੀ ਹੈ? CM ਕੈਂਡੀਡੇਟ 3 ਅਨਾਉਂਸ ਦਾ ਮਤਲਬ ਹੈ ਜੇ ਇੱਕ ਨੂੰ ਕਰ ਦਿੱਤਾ ਤੇ ਬਾਕੀ ਜਿਹੜੇ ਰਹਿੰਦੇ ਖੁੰਦੇ ਹੈਗੇ ਆ ਉਹ ਵੀ ਟੁੱਟ ਜਾਣੇ। ਇਸ ਲਈ 3 ਅਨਾਉਂਸ ਕੀਤੇ ਗਏ, ਇਸ ਲਈ 3 ਕੈਂਡੀਡੇਟ ਦੱਸੇ ਗਏ। ਇਸ ਲਈ ਉਸ ਪਾਰਟੀ ਦੀ, ਅਸੀਂ ਕੋਈ ਵੀ ਪਾਰਟੀ, ਅਸੀਂ ਕਾਂਗਰਸ ਲੈ ਲਓ, ਅਸੀਂ ਅਕਾਲੀ ਲੈ ਲਓ, ਇਹਨਾਂ ਦੀ ਆਪਸ ਦੇ ਵਿੱਚ ਇੰਨੀ ਕੁ ਜ਼ਿਆਦਾ ਟੁੱਟ ਭੱਜ ਹੋ ਚੁੱਕੀ ਹੈ ਕਿ ਇਹ ਕਿਸੇ ਨੂੰ ਤੰਜ਼ ਕੱਸਣ ਦੇ ਜਾਂ ਕਿਸੇ ਦੇ ਉੱਤੇ ਬਲੇਮ ਰੱਖਣ ਦੇ ਕਾਬਲ ਹੀ ਨਹੀਂ। ਇਲੈਕਸ਼ਨ ਹਾਈ ਬਲੇਮ ਗੇਮ ਹੈ ਜੀ, ਇਲੈਕਸ਼ਨ ਦਾ ਹਾਈ ਬਲੇਮ। ਸੋ ਹੁਣ ਰਾਘਵ ਚੱਡਾ ਜੀ ਦੀ ਹੁਣੇ ਤੁਸੀਂ ਗੱਲ ਬਿਲਕੁਲ ਲੱਗਣੇ। ਰਾਘਵ ਚੱਡਾ ਜੀ ਨੇ, ਇਹਨਾਂ ਦੇ ਭਾਈ ਸਾਹਿਬ ਬੈਠੇ ਮੇਰੇ ਤੇ, ਇਹਨਾਂ ਨੇ ਹੁਣੇ ਗੱਲ ਕੀਤੀ ਜੀ ਰਾਘਵ ਚੱਡਾ ਦੇ ਉੱਤੇ ਬਲੇਮ ਲੱਗੇ ਆ ਸੀਟਾਂ ਦੇਣ ਦੇ। ਮੇਰੀ ਗੱਲ ਸੁਣੋ, ਜਿਸ ਬੰਦੇ ਨੂੰ ਤੁਸੀਂ ਟਿਕਟ ਨਹੀਂ ਦਿਓਗੇ MLA ਦੀ, ਉਹਨੇ ਕੰਮ ਕੀਤਾ ਹੋਏਗਾ ਮੰਨ ਲਓ 2 ਮਹੀਨੇ, 4 ਮਹੀਨੇ, 6 ਮਹੀਨੇ, ਤੇ ਉਹ ਤੁਹਾਡੇ ਨਾਲ ਲੜੇਗਾ ਹੀ ਲੜੇਗਾ। ਜਦੋਂ ਸਾਡੀ ਇੱਕ ਸਰਵੇ ਟੀਮ ਹੈ, ਆਪ ਦੀ ਇੱਕ ਸਰਵੇ ਟੀਮ ਹੈ ਜਿਹੜੀ ਕਿ ਸਰਵੇ ਕਰਦੀ ਹੈ ਕਿ ਤੁਸੀਂ ਇਲੈਕਸ਼ਨ ਜਿੱਤ ਸਕਦੇ ਹੋ ਕਿ ਨਹੀਂ ਜਿੱਤ ਸਕਦੇ, ਉਸ ਸਰਵੇ ਦੇ ਵਿੱਚ ਉਹ ਜਲੰਧਰ ਦੇ ਜਿਹੜੇ ਬੰਦੇ ਆਏ ਨੇ ਉਹ ਫੇਲੀਅਰ ਆਏ ਨੇ, ਉਹ
ਕੰਪੀਟੈਂਟ ਨਹੀਂ ਹੈਗੇ। ਅਗਰ ਉਹ ਕੰਪੀਟੈਂਟ ਨਹੀਂ ਹੈਗੇ ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਨੂੰ ਸੀਟ ਨਹੀਂ ਦੇਣੀ। ਅਸੀਂ ਕੋਈ ਆਪਣੇ ਬੰਦੇ ਹਰਾਣੇ ਥੋੜੀ ਹੈ। ਲਾਲੀ ਮਜੀਠੀਆ ਨੂੰ ਤੁਸੀਂ ਮਜੀਠੀਆ ਨੂੰ ਟਿਕਟ ਦੇ ਦਿੱਤੀ, ਜਿਹੜੇ ਵਾਰੀ ਹਾਰਿਆ ਉਹ ਹੈਗਾ ਵਾ, ਤੇ ਗੁਰਪ੍ਰੀਤ ਸੰਧੂ ਜਿਹੜਾ ਕਿ ਤੁਹਾਡਾ ਆਮ ਆਦਮੀ ਪਾਰਟੀ ਦੇ ਉੱਥੇ ਮਿਹਨਤ ਕੀਤੀ, ਲਾਲੀ ਮਜੀਠੀਆ ਜੀ ਦਾ ਐਰਕੀ ਸਰਵੇ ਰਿਪੋਰਟ ਪੋਜ਼ਿਟਿਵ ਆਈ ਹੈ। ਤੁਹਾਡੇ ਵਲੰਟੀਅਰ ਹੀ ਕਹਿ ਰਹੇ ਨੇ ਵੀ ਦੇਖੋ ਜਦੋਂ ਟਿਕਟ ਕਿਸੇ ਨੂੰ ਮਿਲਦੀ, ਉਹਨਾਂ ਨੂੰ ਮਨਜ਼ੂਰ ਨਹੀਂ, ਜਦੋਂ ਕਿਸੇ ਨੂੰ ਟਿਕਟ ਮਿਲਦੀ ਹੈ ਇੱਕ ਵਾਰੀ ਤਾਂ ਹਲਚਲ ਹੁੰਦੀ ਹੈ, ਪਰ ਹੁਣ ਸਾਰੇ ਸੈੱਟ ਹੋ ਗਏ ਆ, ਸਾਰੇ ਜਿਹੜੇ ਪੂਰੀ ਵਲੰਟੀਅਰ ਪੂਰੇ ਨਾਲ ਨੇ ਇਸ ਵੇਲੇ। ਲਾਲੀ ਮਜੀਠੀਆ ਜੀ ਮਜੀਠੀਆ ਦੀ ਸੀਟ ਵੀ ਜ਼ਰੂਰ ਜਿੱਤਣਗੇ। ਤੇ ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਫੇਰ ਹਾਜ਼ਰ ਹੋਵਾਂਗੇ ਕੁਝ ਨਵੀਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।